ਇੱਕ ਸਾਧੂ ਨੇ ਅਜਿਹਾ ਕੀ ਕੀਤਾ ਕਿ ਹਜੂਰ ਸਾਹਿਬ ਪੈਸਿਆਂ ਦੇ ਢੇਰ ਲਾ ਦਿੱਤੇ ਜੋ ਲੱਖਾਂ ਕਰੋੜਾਂ ਸਰਕਾਰਾਂ ਦੇ ਵੱਲੋਂ ਵੀ ਨਹੀਂ ਦਿੱਤੇ ਗਏ। ਉਹ ਇੱਕ ਸਾਧੂ ਨੇ ਢੇਰ ਲਾ ਦਿੱਤੇ। ਜਿਸ ਸਾਧੂ ਦੀ ਗੱਲ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ, ਉਹਨਾਂ ਨੂੰ ਬਾਬਾ ਸ਼ੀਸ਼ਾ ਸਿੰਘ ਜੀ ਕਿਹਾ ਜਾਂਦਾ ਹੈ, ਜੋ ਸੱਚਖੰਡ ਸ੍ਰੀ ਹਜੂਰ ਸਾਹਿਬ ਰਹਿੰਦੇ ਸਨ। ਉਹਨਾਂ ਦੇ ਜੀਵਨ ਦੀ ਇੱਕ ਸੱਚੀ ਘਟਨਾ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਬਹੁਤ ਹੀ ਜ਼ਿਆਦਾ ਹੈਰਾਨ ਰਹਿ ਜਾਓਗੇ। ਇੱਕ ਵਾਰ ਸ੍ਰੀ ਹਜੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਜੀਵਨ ਸਿੰਘ ਜੀ ਹਰਿਆਣਾ ਦੇ ਇਲਾਕੇ ਦੇ ਵਿੱਚ ਆਏ ਤੇ ਕਿਸੇ ਪਿੰਡ ਦੇ ਵਿੱਚ ਮਹਾਪੁਰਸ਼ ਬਾਬਾ ਜੀਵਨ ਸਿੰਘ ਦੀ ਜਾਂਦੇ ਰਹੇ। ਉਸ ਪਿੰਡ ਦੇ ਲੋਕਾਂ ਨੇ ਬਾਬਾ ਜੀਵਨ ਸਿੰਘ ਜੀ ਦੇ ਸਤਿਕਾਰ ਦੇ ਲਈ ਇੱਕ ਮੰਜਾ ਢਾ ਦਿੱਤਾ ਤੇ ਉੱਤੇ ਚਾਦਰ ਵਿਛਾ ਦਿੱਤੀ ਕਿ ਮਹਾਪੁਰਸ਼ ਇੱਥੇ ਬੈਠ ਸਕਣ। ਬਾਬਾ ਜੀਵਨ ਸਿੰਘ ਜੀ ਵਿਰਧ ਸਨ ਤੇ ਉਦੋਂ ਹੀ ਉਸ ਮੰਜੇ ਉੱਤੇ ਬੈਠ ਗਏ ਤੇ ਹਰਿਆਣਾ ਦੇ ਉਸ ਪਿੰਡ ਦੇ ਨੌਜਵਾਨ ਨੂੰ ਪਤਾ ਲੱਗਿਆ ਕਿ ਹਜੂਰ ਸਾਹਿਬ ਵਾਲੇ ਬਾਬਾ ਜੀ ਆਏ ਨੇ, ਤਾਂ ਉਹ ਵੀ ਦਰਸ਼ਨ ਕਰਨ ਦੇ ਲਈ ਆ ਗਿਆ। ਜਦੋਂ ਉਹ 28-30 ਸਾਲਾਂ ਦਾ ਨੌਜਵਾਨ ਮਹਾਪੁਰਸ਼ਾਂ ਦੇ ਦਰਸ਼ਨ ਦੇ ਲਈ ਆਇਆ ਤਾਂ ਉੱਥੇ ਬੈਠੇ ਸਿਆਣੇ ਜ਼ਿਮੀਂਦਾਰ ਬਜ਼ੁਰਗ ਕਹਿਣ ਲੱਗੇ ਕਿ ਇਹ ਅੱਜ ਸ਼ਰਾਬੀ ਵੀ ਇੱਥੇ ਆ ਗਿਆ। ਤੇ ਉਸ ਸਮੇਂ ਇਸ ਨੌਜਵਾਨ ਦੇ ਕੋਲੋਂ ਰਾਤੀ ਪੀਤੀ ਹੋਈ ਸ਼ਰਾਬ ਦੀ ਬਦਬੂ ਵੀ ਆ ਰਹੀ ਸੀ ਤੇ ਬਾਬਾ ਜੀ ਦੇ ਕੋਲ ਆ ਕੇ ਜਿਵੇਂ ਬਾਕੀ ਸੰਗਤਾਂ ਕਹਿ ਰਹੀਆਂ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਜਿਹੜੇ ਕੋਲ ਬੈਠੇ ਲੋਕ ਸੀ ਉਹ ਮਖੌਲ ਵਿੱਚ ਕਹਿਣ ਲੱਗੇ, ਇਸ ਸ਼ਰਾਬੀ ਦੀ ਵੀ ਫਤਿਹ ਸੁਣ ਲਵੋ। ਤੇ ਬਾਬਾ ਜੀ ਉਹ ਸ਼ਰਾਬੀ ਦੇ ਫਤਿਹ ਸੁਣ ਕੇ ਕਹਿਣ ਲੱਗੇ ਕਿ ਬਹਿ ਜਾ ਜਵਾਨਾ, ਤਾਂ ਉਹ ਜਵਾਨ ਥੱਲੇ ਨਹੀਂ ਬੈਠਿਆ। ਬਾਬਾ ਜੀ ਦੇ ਨਾਲ ਜਿੰਨੇ ਮੰਜਾ ਖਾਲੀ ਪਿਆ ਸੀ ਉੱਥੇ ਹੀ ਬੈਠ ਗਿਆ। ਜਿਹੜੇ ਥੱਲੇ ਬੈਠੇ ਲੋਕ ਉਸ ਨੌਜਵਾਨ ਨੂੰ ਕਹਿਣ ਲੱਗੇ ਕਿ ਕਾਕਾ ਤੂੰ ਮਾੜੀ ਮੋਟੀ ਸ਼ਰਮ ਤਾਂ ਕਰ, ਇੱਕ ਤਾਂ ਤੂੰ ਸ਼ਰਾਬ ਪੀਤੀ ਹੋਈ ਹੈ ਤੇ ਦੂਸਰਾ ਤੂੰ ਮਹਾਪੁਰਸ਼ਾਂ ਦੇ ਨਾਲ ਬੈਠ ਗਿਆ। ਤੇ ਕਹਿਣ ਲੱਗੇ ਚੱਲ ਉੱਠ ਥੱਲੇ ਬੈਠ। ਤੇ ਜਦੋਂ 2-3 ਬਜ਼ੁਰਗ ਜ਼ਿਆਦਾ ਹੀ ਬੋਲਣ ਲੱਗ ਪਏ, ਪਰ ਬਾਬਾ ਜੀਵਨ ਸਿੰਘ ਜੀ ਨੇ ਉਸ ਨੌਜਵਾਨ ਦੀ ਉੱਠਣ ਲੱਗੇ ਦੀ ਬਾਹ ਫੜ ਲਈ। ਤਾਂ ਬਾਬਾ ਜੀਵਨ ਸਿੰਘ ਜੀ ਨੇ ਉਹਨਾਂ ਬਜ਼ੁਰਗਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ, ਇਸ ਨੂੰ ਬੈਠਣ ਦਿਓ, ਕਿਸੇ ਗੱਲ ਕਰਕੇ ਹੀ ਬੈਠਿਆ ਹੈ। ਉਸ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਉਸ ਨੌਜਵਾਨ ਨੂੰ ਪੁੱਛਣ ਲੱਗੇ ਕਿ ਦੱਸ ਕਾਕਾ ਤੇਰਾ ਨਾਮ ਕੀ ਹੈ। ਇਸ ਨੌਜਵਾਨ ਨੇ ਕਿਹਾ ਕਿ ਬਾਬਾ ਜੀ ਮੇਰਾ ਨਾਮ ਸ਼ੀਸ਼ਾ ਸਿੰਘ ਹੈ। ਬਾਬਾ ਜੀ ਹੱਸ ਕੇ ਬੋਲੇ, ਨਾਮ ਤੇਰਾ ਸ਼ੀਸ਼ਾ ਹੈ ਤੇ ਤੂੰ ਆਪਣੀ ਹਾਲਤ ਕੀ ਬਣਾਈ ਹੋਈ ਹੈ। ਸ਼ੀਸ਼ੇ ਵਿੱਚ ਤਾਂ ਦੇਖ ਕੇ ਲੋਕ ਆਪਣੀ ਸ਼ਕਲ ਸਵਾਰਦੇ ਨੇ ਤੇ ਆਪਣੀ ਤਾਂ ਤੂੰ ਵਿਗਾੜੀ ਫਿਰਦਾ ਹੈ। ਉਸ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਨੇ ਉਸ ਸ਼ਰਾਬੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਹਾ ਕਿ ਬੋਲ ਸਤਨਾਮ ਸ਼੍ਰੀ ਵਾਹਿਗੁਰੂ। ਉਸ ਤੋਂ ਬਾਅਦ ਬਾਬਾ ਜੀ ਦੇ ਕਹਿਣ ਲੱਗੇ ਕਿ ਸ਼ੀਸ਼ਿਆ ਚੱਲ ਸਾਡੇ ਨਾਲ ਹਜੂਰ ਸਾਹਿਬ ਚੱਲ, ਇਸ ਜਗ੍ਹਾ ਨੂੰ ਛੱਡ ਦਈਏ। ਤੇ ਹਜੂਰ ਸਾਹਿਬ ਜਾ ਕੇ ਸੰਤਾਂ ਨੇ ਉਸ ਦੇ ਕੋਲ ਅਜਿਹੀ ਸੇਵਾ ਕਰਵਾਈ ਕਿ ਬਾਬਾ ਜੀ ਨੇ ਸ਼ੀਸ਼ੇ ਤੋਂ ਇੱਕ ਸੰਤ ਬਣਾ ਦਿੱਤਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰੂ ਸਾਹਿਬ ਦੀ ਨਜ਼ਰ ਸਵੱਲੀ ਹੋ ਜੇ, ਕਿਸੇ ਤੇ ਟਿਕ ਜੇ, ਕਿਸੇ ਤੇ ਆ ਜੇ, ਉਹਨੂੰ ਕੋਈ ਵੀ ਨਹੀਂ ਰੋਕ ਸਕਦਾ। ਤੇ ਸ਼ਰਾਬੀ ਸ਼ੀਸ਼ੇ ਨੂੰ ਸ਼ੀਸ਼ਾ ਸਿੰਘ ਬਣਾ ਦਿੱਤਾ। ਜਿਹੜੇ ਪੁਲ ਤੋਂ ਲੰਘ ਕੇ ਗੁਰਦੁਆਰਾ ਲੰਗਰ ਸਾਹਿਬ ਤੋਂ ਲੰਘ ਕੇ ਗੋਦਾਵਰੀ ਨਦੀ ਵੱਲ ਜਾਈਦਾ ਆ, ਉਹ ਬਾਬਾ ਜੀ ਨੇ ਬਣਾਇਆ ਸੀ। ਇਸ ਦੌਰਾਨ ਹੀ ਇੱਕ ਅਲੌਕਿਕ ਘਟਨਾ ਵਾਪਰੀ ਜਿਸ ਨੂੰ ਦੇਖ ਕੇ ਪੂਰੀ ਦੁਨੀਆ ਦੰਗ ਰਹਿ ਗਈ। ਇਹ ਪੁਲ ਬਣਾਉਣ ਦੇ ਲਈ ਉੱਥੇ ਦੇ ਸਥਾਨਕ ਲੋਕਾਂ ਨੇ ਸਰਕਾਰ ਨੂੰ ਲਿਖ ਕੇ ਦਿੱਤਾ ਸੀ ਕਿ ਸਾਨੂੰ ਪੁਲ ਬਣਾ ਦਿਓ, ਪਰ ਸਰਕਾਰ ਇਹ ਕਹਿ ਕੇ ਟਾਲਦੀ ਰਹੀ ਕਿ ਇੰਨਾ ਖਰਚਾ ਪੁਲ ਬਣਾਉਣ ਲਈ ਕੌਣ ਕਰੇਗਾ। ਉਸ ਤੋਂ ਬਾਅਦ ਸੰਗਤ ਨੇ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਬਰਸਾਤਾਂ ਆਉਂਦੀਆਂ ਨੇ, ਉਸ ਸਮੇਂ ਸ਼ਿਕਾਰ ਘਾਟ ਤੇ ਮਾਤਾ ਸਾਹਿਬ ਕੌਰ ਗੁਰਦੁਆਰੇ ਸਾਹਿਬ ਜਾਣਾ ਔਖਾ ਹੋ ਜਾਂਦਾ ਹੈ। ਇੱਥੇ ਤੱਕ ਕਿ ਗੁਰਦੁਆਰੇ ਸਾਹਿਬ ਜੀ ਦੀ ਸੇਵਾ ਕਰਨੀ ਵੀ ਔਖੀ ਹੋ ਜਾਂਦੀ ਹੈ। ਜਿਹੜੇ ਉਧਰ ਨੇ ਉਧਰ ਰਹਿ ਜਾਂਦੇ ਨੇ, ਜਿਹੜੇ ਇੱਧਰ ਨੇ ਇੱਧਰ ਰਹਿ ਜਾਂਦੇ ਨੇ। ਇਸ ਲਈ ਬਾਬਾ ਜੀ ਪੁਲ ਬਣਵਾ ਦਿਓ। ਉਸ ਤੋਂ ਬਾਅਦ ਬਾਬਾ ਸ਼ੀਸ਼ਾ ਸਿੰਘ ਜੀ ਕਹਿਣ ਲੱਗੇ ਕਿ ਸੰਗਤ ਜੀ ਇਹ ਕੰਮ ਤਾਂ ਸਰਕਾਰ ਦਾ। ਸੰਗਤ ਬਾਬਾ ਜੀ ਨੂੰ ਕਹਿਣ ਲੱਗੀ ਕਿ ਬਾਬਾ ਜੀ ਸਰਕਾਰ ਲਾਰੇ ਲਗਾ ਰਹੀ ਹੈ,
ਅਸੀਂ ਸਰਕਾਰ ਨੂੰ ਬਹੁਤ ਵਾਰ ਲਿਖ ਕੇ ਦੇ ਦਿੱਤਾ ਹੈ ਕਿ ਸਾਨੂੰ ਪੁਲ ਬਣਵਾ ਦਿਓ, ਪਰ ਸਰਕਾਰ ਕਹਿ ਰਹੀ ਹੈ ਪੁਲ ਬਣਵਾਉਣ ਦੇ ਲਈ ਇੰਨਾ ਖਰਚਾ ਕੌਣ ਕਰੇਗਾ। ਉਸ ਤੋਂ ਬਾਅਦ ਬਾਬਾ ਸ਼ੀਸ਼ਾ ਸਿੰਘ ਜੀ ਨੇ ਕਿਹਾ ਕਿ ਚਲੋ ਆਪਾਂ ਸਭ ਤੋਂ ਵੱਡੀ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ, ਇਹਨਾਂ ਦੁਨਿਆਵੀ ਸਰਕਾਰਾਂ ਤੋਂ ਆਪਾਂ ਕੀ ਲੈਣਾ ਹੈ। ਸੱਚੀ ਸਰਕਾਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅੱਗੇ ਆਪਾਂ ਬੇਨਤੀ ਕਰਦੇ ਹਾਂ। ਤਾਂ ਉੱਥੇ ਅਰਦਾਸ ਕੀਤੀ ਤੇ ਬਾਬਾ ਸ਼ੀਸ਼ਾ ਸਿੰਘ ਜੀ ਨੇ ਕਿਹਾ ਕਿ ਟੱਕ ਲਗਾ ਕੇ ਕੰਮ ਸ਼ੁਰੂ ਕਰ ਦਿਓ। ਤੇ ਉਸ ਸਮੇਂ ਦੇ ਸਰਕਾਰੀ ਅਧਿਕਾਰੀ ਕਹਿਣ ਲੱਗੇ ਕਿ 10-10 ਰੁਪਈਆਂ ਦੇ ਨਾਲ ਥੋੜੀ ਪੁਲ ਬਣਦੇ ਨੇ, ਕਿਉਂਕਿ ਸੰਗਤਾਂ ਤਾਂ ਗੋਲਖ ਦੇ ਵਿੱਚ 10 ਜਾਂ 20 ਰੁਪਏ ਹੀ ਪਾਉਂਦੀਆਂ ਨੇ। ਸਰਕਾਰੀ ਅਧਿਕਾਰੀ ਕਹਿਣ ਲੱਗੇ ਕਿ ਇਹ ਤਾਂ ਕਰੋੜਾਂ ਦਾ ਕੰਮ ਹੈ। ਉਹੀ ਗੱਲ ਆ ਕੇ ਸੰਗਤ ਨੇ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਦੱਸੀ ਕਿ ਬਾਬਾ ਜੀ ਸਰਕਾਰੀ ਅਧਿਕਾਰੀ ਤਾਂ ਇਸ ਤਰ੍ਹਾਂ ਟੌਂਟ ਮਾਰ ਰਹੇ ਨੇ। ਉਸ ਤੋਂ ਬਾਅਦ ਬਾਬਾ ਸ਼ੀਸ਼ਾ ਸਿੰਘ ਜੀ ਨੇ ਕਿਹਾ ਕਿ ਇਹ ਸੰਗਤ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਖਜ਼ਾਨਾ ਕਦੇ ਵੀ ਨਹੀਂ ਮੁੱਕਦਾ। ਆਪਾਂ ਇਹਨਾਂ ਸਰਕਾਰਾਂ ਤੋਂ ਕੀ ਲੈਣਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਗਾਹ ਸਿੱਧੀ ਹੋਣੀ ਚਾਹੀਦੀ ਹੈ। ਹੁਣ ਤਾਂ ਸੋਨੇ ਦਾ ਵੀ ਬਣ ਜਾਊ। ਫਿਰ ਇੱਕ ਅਜਿਹਾ ਕੌਤਕ ਵਰਤਿਆ। ਸੰਗਤ ਨੇ ਅਜਿਹੀ ਸੇਵਾ ਕੀਤੀ ਕਿ ਪੈਸਿਆਂ ਦੇ ਢੇਰ ਲਗਾ ਦਿੱਤੇ, ਜਿਸ ਤੋਂ ਬਾਅਦ ਪੁਲ ਬਣਿਆ ਤੇ ਕਾਰ ਸੇਵਾ ਵਾਲਾ ਬਾਬਾ ਜੀ ਨੇ ਇਸ ਤਰ੍ਹਾਂ ਹੀ ਕਈ ਪੁਲ ਬਣਵਾਏ ਤੇ ਕਈ ਕਾਰਜਾਂ ਵਿੱਚ ਸੇਵਾ ਕੀਤੀ। ਇਹ ਹੈ ਬਾਬਾ ਸ਼ੀਸ਼ਾ ਸਿੰਘ ਜੀ ਦੀ ਕਾਰ ਸੇਵਾ ਵਾਲਿਆਂ ਦੀ ਇੱਕ ਸੱਚੀ ਘਟਨਾ, ਜੋ ਪਰਮਾਤਮਾ ਦੇ ਨਾਲ ਬਹੁਤ ਹੀ ਜ਼ਿਆਦਾ ਇਕਮਿਕ ਹੋ ਗਏ ਸਨ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।